राजा दाऊद सो 19वें भाग के पहले हिस्से दे विच योआब ने फिर जिस तरह राजा दाऊद नूं कहा सी राजा दाऊद ने उसी तरह किया और एक बार फिर लोकां ने भी दाऊद दे वल मुड़ना शुरू कर दिता। आओ असीं हुण अगे चलीए दाऊद दी यरूशलेम दे विच वापस जाना और असीं इस नूं 14 आयत तक पढ़ांगे जिस नूं दाऊद दा वापस यरूशलेम विच जाना। इस समय तक सब इजरायली अपने अपने टब्बरां नूं चले गए सन, अपने अपने घरां नूं चले गए सन। तर सारे इजराइल देश विच इस गल ते झगड़ा होण लगा। राजा दाऊद ने सानू साडे वैरियां तो बचाया सी, उसने साडा बचाव फिलिस्तियां तो कीता, पर हुण अबशलोम दा करके अपने देश तो फरार होके बाहर चला गया। असीं अबशलोम नूं अपना राजा बनाया, पर ਉਹ लड़ाई विच मारिया गया है। इस लई हुण सानू राजा नूं वापस लियाउण लई कुछ करना चाहिदा है। तद इजरायलियां बारे ਇਹ खबर राजा कोल भी पहुंच गई कि ਉਹ ਉਸ ਨੂੰ ਵਾਪਸ ਸੱਦਣਾ ਚਾਹੁੰਦੇ ਹਨ। ਇਸ ਲਈ ਰਾਜਾ ਨੇ ਪੁਰੋਹਿਤ ਸਦੋਕ ਅਤੇ ਅਬਿਆਥਾਰ ਨੂੰ ਇਹ ਕਹਿ ਕੇ ਯਹੂਦਾ ਦੇ ਆਗੂਆਂ ਕੋਲ ਘੱਲਿਆ, ਰਾਜਾ ਨੂੰ ਵਾਪਸ ਮਹਿਲ ਵਿੱਚ ਲਿਆਉਣ ਵਿੱਚ ਤੁਸੀਂ ਕਿਉਂ ਪਿੱਛੇ ਰਹਿ ਰਹੇ ਹੋ? ਤੁਸੀਂ ਤਾਂ ਮੇਰੀ ਆਪਣੀ ਹੱਡੀ ਤੇ ਮਾਸ ਹੋ, ਫਿਰ ਤੁਸੀਂ ਮੈਨੂੰ ਵਾਪਸ ਸੱਦਣ ਵਿੱਚ ਕਿਉਂ ਢਿੱਲ ਕਰ ਰਹੇ ਹੋ? ਰਾਜਾ ਦਾਊਦ ਨੇ ਅਮਾਸਾ ਨੂੰ ਕਿਹਾ, ਤੂੰ ਮੇਰਾ ਆਪਣਾ ਸਕਾ ਸੰਬੰਧੀ ਹੈ ਅਤੇ ਮੈਂ ਤੈਨੂੰ ਯੋਆਬ ਦੀ ਥਾਂ ਤੇ ਆਪਣਾ ਸੈਨਾਪਤੀ ਥਾਪ ਰਿਹਾ ਹਾਂ। ਜੇਕਰ ਮੈਂ ਇਸ ਤਰ੍ਹਾਂ ਨਾ ਕਰਾਂ ਤਾਂ ਪਰਮੇਸ਼ਰ ਮੇਰਾ ਪਹਿਲੇ ਤੋਂ ਵੀ ਵੱਧ ਬੁਰਾ ਹਾਲ ਕਰੇ। ਦਾਊਦ ਦੇ ਇਹਨਾਂ ਸ਼ਬਦਾਂ ਨੇ ਯਹੂਦਾ ਦੇ ਸਾਰੇ ਲੋਕਾਂ ਨੂੰ ਆਪਣੀ ਵੱਲ ਜਿੱਤ ਲਿਆ। ਇਸ ਲਈ ਉਹਨਾਂ ਨੇ ਦਾਊਦ ਕੋਲ ਇਹ ਸੁਨੇਹਾ ਘੱਲਿਆ, ਤੂੰ ਆਪਣੇ ਸਭ ਅਧਿਕਾਰੀਆਂ ਸਮੇਤ ਵਾਪਸ ਆ ਜਾ। ਸੋ ਹੁਣ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਹੁਣ ਅਗੇਨ ਸਿਵਲ ਵਾਰ ਖੜੀ ਆ। ਸਾਰੀਆਂ ਜਿਹੜੇ 12 ਦੇ 12 ਕਬੀਲੇ ਆ ਉਹ ਇਸ ਵੇਲੇ ਇਹ ਕਹਿ ਸਕਦੇ ਆ ਕਿ ਅਸੀਂ ਹੁਣ ਮੁੜ ਕੇ ਯੂਨੀਅਨ ਦੇ ਵਿੱਚ ਨਹੀਂ ਜਾਣਾ, ਅਸੀਂ ਮੁੜ ਕੇ ਯੂਨਾਈਟ ਨਹੀਂ ਹੋਣਾ ਮੰਗਦੇ, ਅਸੀਂ ਆਪਣਾ ਆਪਣਾ ਰਾਜਾ ਬਣਾਵਾਂਗੇ, ਜਾਂ ਅਸੀਂ ਚਾਰ ਇੱਕ ਪਾਸੇ ਹੋ ਜਾਵਾਂਗੇ, ਚਾਰ ਇੱਥੋਂ ਇੱਦਾਂ ਹੋ ਜਾਵਾਂਗੇ ਤੇ ਉੱਦਾਂ ਹੋ ਜਾਵਾਂਗੇ। ਸੋ ਦਾਊਦ ਨੇ ਸਾਰਿਆਂ ਨੂੰ ਇਕੱਠਾ ਕੀਤਾ ਕਿਉਂਕਿ ਅਮਾਸਾ ਨੂੰ ਉਸ ਵੇਲੇ ਜਿਹੜਾ ਉਸ ਦਾ ਸੈਨਾਪਤੀ ਅਮਾਸਾ ਸੀ ਉਹ ਬਚ ਗਿਆ ਸੀ, ਉਹ ਯਹੂਦਾ ਦੇ ਵਿੱਚੋਂ ਸੀ। ਤੇ ਉਸਨੇ ਕਿਹਾ ਕਿ ਮੈਂ ਤੈਨੂੰ ਅਮਾਸਾ ਨੂੰ ਆਪਣਾ ਸੈਨਾਪਤੀ ਬਣਾਉਂਗਾ। ਸੋ ਹੁਣ ਦਾਊਦ ਦੇ ਕੋਲ ਜਿਹੜਾ ਯੋਆਬ ਸੀ ਉਹ ਸੱਜੇ ਹੱਥੋਂ ਉੱਠ ਕੇ ਖੱਬੇ ਹੱਥ ਚਲਾ ਗਿਆ ਔਰ ਸੱਜੇ ਹੱਥ ਜਿਹੜਾ ਸੀ ਉਸਨੇ ਅਮਾਸਾ ਨੂੰ ਬਿਠਾ ਲਿਆ, ਉਸਨੂੰ ਸੈਨਾਪਤੀ ਬਣਾ ਲਿਆ। ਕਿਉਂਕਿ ਰਾਜਾ ਦੇ ਮਰਨ ਤੋਂ ਬਾਅਦ ਜਿਹੜੀ ਉੱਥੇ ਦੀ ਜਿਹੜੀ ਫੌਜ ਸੀ, ਜਿਹੜੀ ਦੂਜੇ ਪਾਸੇ ਦੀ ਫੌਜ ਸੀ, ਉਹ ਅਮਾਸਾ ਦੇ ਅੰਡਰ ਸੀ ਔਰ ਉਹ ਆਪਣੀ ਕੋਈ ਨਾ ਕੋਈ ਮੂਵ ਕਰ ਸਕਦੇ ਸੀ, ਉਹ ਕਿਸੇ ਨਾ ਕਿਸੇ ਨੂੰ ਰਾਜਾ ਥਾਪ ਸਕਦੇ ਸੀ ਔਰ ਉਹਦੇ ਅੰਡਰ ਰਹਿ ਕੇ ਉਹ ਉਧਰੋਂ ਜੰਗ ਜਾਰੀ ਰੱਖ ਸਕਦੇ ਸੀ। ਯਾਦ ਰੱਖੋ ਉਸਦੀ ਇੱਕ ਬੇਟੀ ਵੀ ਆ, ਹਾਲੇ ਜਿਉਂਦੀ ਆ, ਅਬਸ਼ਲੋਮ ਦੀ ਬੇਟੀ ਤਮਾਰ ਜਿਉਂਦੀ ਆ, ਉਸਨੂੰ ਰਾਣੀ ਥਾਪ ਸਕਦੇ ਔਰ ਅਮਾਸਾ ਉਸਦੇ ਨਾਲ ਕੋ ਰੂਲਰ ਬਣ ਸਕਦਾ। ਸੋ ਇਸ ਕਰਕੇ ਯੋਆਬ ਦੀ ਥਾਂ ਯੋਆਬ ਨੂੰ ਇਹ ਇੱਕ ਤਰ੍ਹਾਂ ਦੀ ਰਾਜਾ ਦਾਊਦ ਨੇ ਥੋੜੀ ਸਜ਼ਾ ਵੀ ਦਿੱਤੀ ਹੈ ਕਿ ਮੈਂ ਤੈਨੂੰ ਕਿਹਾ ਸੀ ਕਿ ਅਬਸ਼ਲੋਮ ਨੂੰ ਮਾਰੇਗਾ। ਸੋ ਉਸਨੇ ਕਿਹਾ ਯੋਆਬ ਦੀ ਥਾਂ ਤੇ ਮੈਂ ਤੈਨੂੰ ਸੈਨਾਪਤੀ ਥਾਪ ਰਿਹਾ। ਯੋਆਬ ਨੂੰ ਉਸਨੇ ਸਮਝਾਇਆ ਕਿ ਦੇਖ, ਜੇ ਤਾਂ ਸਾਰਾ ਰਾਜ ਇਕੱਠਾ ਰੱਖਣਾ ਤੇ ਇਹੋ ਇੱਕ ਤਰੀਕਾ। ਸੋ ਯੋਆਬ ਵੀ ਨਹੀਂ ਕਹਿ ਸਕਦਾ ਕਿ ਨਹੀਂ ਏਦਾਂ ਨਹੀਂ ਕਰਨੀ ਚਾਹੀਦੀ ਤੇ ਓਦਾਂ ਨਹੀਂ ਕਰਨੀ ਚਾਹੀਦੀ। ਯੋਆਬ ਵੀ ਇਸ ਚੀਜ਼ ਤੋਂ ਨਹੀਂ ਆਪਣੇ ਆਪ ਨੂੰ ਪਿੱਛੇ ਨਹੀਂ ਖਿੱਚ ਸਕਦਾ। ਸੋ ਆਓ ਅਸੀਂ ਇੱਥੇ ਜ਼ਬੂਰ ਪੜਾਂਗੇ 24 ਸਾਮ 24 ਜਿਸ ਨੂੰ ਮਿਲ ਜਾਏ। मैं पढ़ते नहीं पास्टर जी। Go ahead, मेरी 846 पेज
ਮਹਾਪ੍ਰਤਾਪੀ ਰਾਜਾ, ਧਰਤੀ ਅਤੇ ਇਸ ਦੀ ਸਭ ਭਰਪੂਰੀ, ਸੰਸਾਰ ਅਤੇ ਇਸ ਦੇ ਸਭ ਨਿਵਾਸੀ ਪ੍ਰਭੂ ਦੇ ਹਨ। ਪ੍ਰਭੂ ਨੇ ਹੀ ਉਸ ਦੀਆਂ ਨੀਹਾਂ ਸਮੁੰਦਰਾਂ ਤੇ ਰੱਖੀਆਂ ਹਨ। ਉਸੇ ਨੇ ਹੀ ਉਸ ਨੂੰ ਪਾਣੀਆਂ ਤੇ ਸਥਾਪਿਤ ਕੀਤਾ ਹੈ। ਪ੍ਰਭੂ ਦੇ ਪਹਾੜ ਤੇ ਕੌਣ ਚੜ ਸਕਦਾ ਹੈ? ਉਸ ਦੇ ਪਵਿੱਤਰ ਥਾਂ ਤੇ ਕੌਣ ਖੜਾ ਰਹਿ ਸਕਦਾ ਹੈ? ਹਾਂ, ਉਹ ਮਨੁੱਖ ਜਿਸ ਦੇ ਹੱਥ ਸ਼ੁੱਧ ਹਨ, ਜਿਸ ਦਾ ਮਨ ਨਿਰਮਲ ਹੈ, ਜੋ ਦੂਜਿਆਂ ਨਾਲ ਚਲਾਕੀ ਨਹੀਂ ਕਰਦਾ, ਜੋ ਧੋਖਾ ਦੇਣ ਦੇ ਲਈ ਸਹੁੰ ਨਹੀਂ ਖਾਂਦਾ, ਉਹ ਮਨੁੱਖ ਪ੍ਰਭੂ ਤੋਂ ਅਸੀਸ ਪ੍ਰਾਪਤ ਕਰੇਗਾ। ਮੁਕਤੀ ਦਾਤਾ ਪਰਮੇਸ਼ਰ ਉਸ ਨੂੰ ਉਚਿਤ ਠਹਿਰਾਏਗਾ। ਇਹੋ ਜਿਹੇ ਲੋਕ ਪ੍ਰਭੂ ਦੀ ਖੋਜ ਕਰਦੇ ਹਨ। ਉਹ ਯਾਕੂਬ ਦੇ ਪਰਮੇਸ਼ਰ ਦੇ ਦਰਸ਼ਨ ਕਰਨ ਦੇ ਚਾਹਵਾਨ ਰਹਿੰਦੇ ਹਨ। ਹੇ ਫਾਟਕੋ, ਤੁਸੀਂ ਉੱਚੇ ਹੋ ਜਾਵੋ। ਹੇ ਦਰਵਾਜ਼ਿਓ, ਤੁਸੀਂ ਖੁੱਲੇ ਹੋ ਜਾਵੋ, ਤਾਂ ਜੋ ਮਹਾਪ੍ਰਤਾਪੀ ਰਾਜਾ ਅੰਦਰ ਆਵੇਗਾ। ਇਹ ਮਹਾਪ੍ਰਤਾਪੀ ਰਾਜਾ ਕੌਣ ਹੈ? ਹਾਂ, ਇਹ ਪ੍ਰਭੂ ਹੈ। ਉਹ ਸ਼ਕਤੀਸ਼ਾਲੀ ਅਤੇ ਬਲਵੰਤ ਹੈ ਅਤੇ ਯੁੱਧਾਂ ਵਿੱਚ ਮਹਾਬਲੀ ਹੈ। ਹੇ ਫਾਟਕੋ, ਤੁਸੀਂ ਉੱਚੇ ਹੋ ਜਾਵੋ। ਹੇ ਦਰਵਾਜ਼ਿਓ, ਤੁਸੀਂ ਖੁੱਲੇ ਹੋ ਜਾਵੋ, ਤਾਂ ਮਹਾਪ੍ਰਤਾਪੀ ਰਾਜਾ ਅੰਦਰ ਆਵੇਗਾ। ਇਹ ਮਹਾਪ੍ਰਤਾਪੀ ਰਾਜਾ ਕੌਣ ਹੈ? ਇਹ ਫੌਜਾਂ ਦਾ ਪ੍ਰਭੂ ਹੈ। ਇਹੋ ਮਹਾਪ੍ਰਤਾਪੀ ਰਾਜਾ ਹੈ। ਆਮੀਨ। ਸੋ ਇਹ ਜਿਹੜਾ ਦਾਊਦ ਦਾ ਭਜਨ ਆ, ਉਸਨੇ ਲੋਕਾਂ ਦਾ ਧਿਆਨ ਇੱਕ ਸ਼ਾਂਤੀ ਸਥਾਪਿਤ ਕਰ ਦਿੱਤੀ। ਔਰ ਜਿਸ ਲਈ ਉਸਨੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਇਹ ਜ਼ਬੂਰ ਗਾਇਆ, ਕੌਮ ਨੂੰ ਨਾਲ ਲੈ ਕੇ ਆ ਰਿਹਾ, ਤਾਂ ਉਸਨੇ ਇੱਕ ਵਾਰ ਫਿਰ ਲੋਕਾਂ ਦਾ ਧਿਆਨ ਉਹ ਲੜਾਈਆਂ ਤੋਂ ਪਰਾਂ ਕਰ ਦਿੱਤਾ। ਔਰ ਪ੍ਰਭੂ ਦਾ ਲੋਕਾਂ ਦਾ ਜਿਹੜਾ ਧਿਆਨ ਆ, ਇੱਕ ਚਰਵਾਹਾ ਰਾਜਾ ਹੋਣ ਦੇ ਕਾਰਨ ਉਸਨੇ ਆਪਣੀ ਸਾਰੀ ਕੌਮ ਦਾ ਧਿਆਨ ਔਰ ਫੌਜ ਦਾ ਜਿਹੜਾ ਧਿਆਨ ਆ, ਉਸਨੇ ਪ੍ਰਭੂ ਦੇ ਵੱਲ ਲਾਤਾ। ਇਹ ਦਾਊਦ ਦੇ ਵਿੱਚ ਫਰਕ, ਕਿਸੇ ਚੀਜ਼ ਦਾ ਮਾਣ ਨਹੀਂ ਲੈਂਦਾ। ਜੰਗ ਵਿੱਚ ਕੌਣ ਜੇਤੂ ਆ? ਜੰਗ ਦੇ ਵਿੱਚ ਪ੍ਰਭੂ ਜੇਤੂ ਆ। ਦਰਵਾਜ਼ਿਓ ਉੱਚੇ ਹੋਵੋ। ਆਪਣੇ ਲਈ ਨਹੀਂ ਉਹ ਕਹਿ ਰਿਹਾ, ਮੈਂ ਕੌਣ ਆ? ਕਹਿੰਦਾ ਮੈਂ ਨਹੀਂ, ਪ੍ਰਭੂ ਆ ਰਿਹਾ। ਪ੍ਰਭੂ ਜੰਗ ਜਿੱਤ ਕੇ ਵਾਪਸ ਆ ਰਿਹਾ। ਪ੍ਰਭੂ ਜੰਗ ਜਿੱਤ ਕੇ ਸਾਨੂੰ ਵਾਪਸ ਲਿਆ ਰਿਹਾ। ਮੈਨੂੰ ਨਹੀਂ, ਸਾਨੂੰ ਵਾਪਸ ਲਿਆ ਰਿਹਾ। ਦਰਵਾਜ਼ਿਓ ਉੱਚੇ ਹੋ ਜਾਓ। You see, now it makes sense। ਜਿਸ ਲਈ ਸਹੀ ਜਗ੍ਹਾ ਤੇ ਸਹੀ ਜ਼ਬੂਰ ਆਪਾਂ ਦੇਖਦੇ ਹਾਂ ਨਾ, ਉਹ ਜੋ ਹੋ ਰਿਹਾ ਹੁੰਦਾ ਉਸ ਦੇ ਨਾਲ ਜਿਸ ਲਈ ਲੱਗਦਾ, it just fits right in there, fits right in there। So ਅਸੀਂ ਜ਼ਬੂਰ 61 ਇੱਥੇ ਪੜ੍ਹਾਂਗੇ, ਜਿਸ ਨੂੰ ਹਾਂਜੀ, ਸੁਰੱਖਿਆ ਦੇ ਲਈ ਪ੍ਰਾਰਥਨਾ। ਇਹ ਪਰਮੇਸ਼ਰ, ਮੇਰੀ ਪੁਕਾਰ ਸੁਣ, ਤੂੰ ਮੇਰੀ ਪ੍ਰਾਰਥਨਾ ਤੇ ਧਿਆਨ ਦੇ। ਜਦੋਂ ਮੇਰਾ ਦਿਲ ਡੋਲਣ ਲੱਗੇ ਤਾਂ ਮੈਂ ਧਰਤੀ ਦੀ ਅੰਤਮ ਸੀਮਾ ਤੋਂ ਵੀ ਤੈਨੂੰ ਪੁਕਾਰਾਂਗਾ। ਤੂੰ ਮੈਨੂੰ ਸੁਰੱਖਿਅਤ ਸਥਾਨ ਤੇ ਲੈ ਚੱਲ, ਕਿਉਂਕਿ ਤੂੰ ਹੀ ਮੇਰੀ ਸ਼ਰਨ ਦੀ ਥਾਂ ਹੈ ਤੇ ਮੇਰੇ ਵੈਰੀ ਦੇ ਸਾਹਮਣੇ ਮੇਰਾ ਬਲ ਹੈ। ਮੈਂ ਹਮੇਸ਼ਾ ਤੱਕ ਤੇਰੇ ਡੇਰੇ ਵਿੱਚ ਰਹਾਂਗਾ। ਮੈਂ ਤੇਰੇ ਖੰਭਾਂ ਦੀ ਛਾਂ ਹੇਠ ਸ਼ਰਨ ਲਵਾਂਗਾ। ਇਹ ਪਰਮੇਸ਼ਰ, ਤੂੰ ਮੇਰੀਆਂ ਮੰਨਤਾਂ ਕਬੂਲ ਕੀਤੀਆਂ ਹਨ। ਤੂੰ ਆਪਣੇ ਨਾਂ ਦੇ ਡਰਨ ਵਾਲਿਆਂ ਵਾਲਾ ਵਿਰਸਾ ਮੈਨੂੰ ਦਿੱਤਾ ਹੈ। ਤੂੰ ਰਾਜਾ ਦੀ ਉਮਰ ਲੰਬੀ ਕਰ, ਤੂੰ ਉਸ ਨੂੰ ਕਈ ਪੀੜ੍ਹੀਆਂ ਜਿਉਂਦਾ ਰੱਖ। ਉਹ ਤੇਰੇ ਸਾਹਮਣੇ ਹਮੇਸ਼ਾ ਤੀਕ ਸਿੰਘਾਸਨ ਤੇ ਬੈਠੇ। ਤੂੰ ਉਸ ਦੀ ਰੱਖਿਆ ਆਪਣੀ ਦਇਆ ਤੇ ਸੱਤ ਨਾਲ ਕਰ। ਮੈਂ ਤੇਰੇ ਨਾਂ ਦੀ ਮਹਿਮਾ ਹਮੇਸ਼ਾ ਤੱਕ ਗਾਵਾਂਗਾ। ਮੈਂ ਹਰ ਰੋਜ਼ ਆਪਣੀਆਂ ਮੰਨਤਾਂ ਤੇਰੇ ਸਾਹਮਣੇ ਪੂਰੀਆਂ ਕਰਾਂਗਾ। ਆਮੀਨ। ਆਓ ਅਸੀਂ ਹੁਣ 15 ਤੋਂ ਲੈ ਕੇ ਇਸ ਨੂੰ ਦੇਖੀਏ 18 ਤੱਕ। ਰਾਜਾ ਜਦੋਂ ਵਾਪਸ ਆ ਰਿਹਾ ਸੀ ਤਾਂ ਰਾਹ ਵਿੱਚ ਜਰਦਨ ਦਰਿਆ ਦੇ ਕੋਲ ਉਸ ਨੂੰ ਯਹੂਦਾ ਦੇ ਆਦਮੀ ਮਿਲੇ, ਜੋ ਉਸ ਦੀ ਰਾਹ ਵਿੱਚ ਅਗਵਾਈ ਕਰਨ ਆਏ ਸਨ। ਬਿਨਯਾਮੀਨ ਦੇ ਕਬੀਲੇ ਦੇ ਗੇਰਾਂ ਦਾ ਪੁੱਤਰ ਸ਼ਮਈ ਵੀ ਰਾਜਾ ਦਾਊਦ ਨੂੰ ਯਹੂਦੀਆਂ ਦੇ ਨਾਲ ਜਰਦਨ ਦਰਿਆ ਕੋਲ ਮਿਲਣ ਆਇਆ। ਸ਼ਮਈ ਦੇ ਨਾਲ ਬਿਨਯਾਮੀਨ ਕਬੀਲੇ ਦੇ 1000 ਜਵਾਨ ਸਨ। ਸਾਊਲ ਦਾ ਦਾਸ ਸੀਬਾ ਵੀ ਆਪਣੇ 15 ਪੁੱਤਰਾਂ ਅਤੇ 20 ਨੌਕਰਾਂ ਨਾਲ ਜਰਦਨ ਦਰਿਆ ਦੇ ਕੰਢੇ ਤੇ ਰਾਜਾ ਕੋਲ ਆਇਆ। ਇਸ ਤਰ੍ਹਾਂ ਇਹਨਾਂ ਸਭ ਲੋਕਾਂ ਦੀ ਸੁਰੱਖਿਆ ਵਿੱਚ ਰਾਜਾ ਨੇ ਆਪਣੀ ਖੁਸ਼ੀ ਨਾਲ ਆਪਣੇ ਸਭ ਲੋਕਾਂ ਦੇ ਨਾਲ ਜਰਦਨ ਦਰਿਆ ਨੂੰ ਪਾਰ ਕੀਤਾ। ਆਮੀਨ। ਸੋ ਹੁਣ ਅਸੀਂ ਕੀ ਦੇਖਦੇ ਪਏ ਹਾਂ, ਜਿਸ ਲਈ ਅਸੀਂ ਵਾਪਸ ਆਪਣੇ ਮੈਪਸ ਦੇ ਵਿੱਚ ਜਾਂਦੇ ਪਏ ਹਾਂ। ਰਾਜਾ ਦਾਊਦ ਇਸ ਵੇਲੇ ਰਾਜਾ ਦਾਊਦ, ਮੈਂ ਦੂਜਾ ਮੈਪ ਕੱਢਦਾ, ਛੋਟਾ ਮੈਪ ਕੱਢਦਾ। ਇਸ ਵੇਲੇ ਰਾਜਾ ਦਾਊਦ ਇੱਥੋਂ ਮੈਨਾਹਮ ਤੋਂ ਆ ਰਿਹਾ
ਆਹ ਜਰਦਨ ਦਾ ਕਿਨਾਰਾ ਹੈ। ਸੋ ਜਿਹੜਾ ਰਾਊਟ ਉਹ ਲੈ ਰਹੇ ਆ ਉਹ ਇੱਥੋਂ ਜਰਦਨ ਦਾ ਦਰਿਆ ਨਹੀਂ ਪਾਰ ਕਰਦੇ ਪਏ, ਲੇਕਿਨ ਉਹ ਜਰਦਨ ਦਾ ਦਰਿਆ ਜਿਹੜਾ ਹੈਗਾ ਉਹ ਉਹਨਾਂ ਨੇ ਗਦ ਦੇ ਇਲਾਕੇ ਦੇ ਵਿੱਚ ਜਾ ਕੇ ਇੱਥੋਂ ਪਾਰ ਕਰਦੇ ਪਏ। ਔਰ ਇੱਥੋਂ ਬਿਨਯਾਮੀਨ ਦੇ ਕਬੀਲੇ ਦੇ ਲੋਕ, ਯਹੂਦਾ ਦੇ ਕਬੀਲੇ ਦੇ ਲੋਕ, ਸਾਰੇ ਜਿਹੜੇ ਲੋਕ ਜਿਹੜੇ ਆਲੇ ਦੁਆਲੇ ਦੇ ਕਬੀਲਿਆਂ ਦੇ, ਕਿਉਂਕਿ ਇੱਥੇ ਤੁਸੀਂ ਅਗਰ ਦੇਖੋ ਤੇ ਬੜਾ ਜੋੜ ਬਣਦਾ ਕਿ ਰਬੂਨ ਦਾ ਕਬੀਲਾ ਵੀ ਇੱਥੇ ਲੱਗ ਗਿਆ, ਗਾਦ ਦਾ ਕਬੀਲਾ ਵੀ ਇੱਥੇ ਲੱਗ ਗਿਆ, ਅਫਰਾਇਮ ਦਾ ਕਬੀਲਾ ਵੀ ਇੱਥੇ ਲੱਗ ਗਿਆ, ਔਰ ਬਿਨਯਾਮੀਨ ਦਾ ਕਬੀਲਾ ਵੀ ਲੱਗ ਗਿਆ। ਸੋ ਇੱਥੇ ਬੇਸਿਕਲੀ ਜਿਹੜੇ ਇਸਰਾਇਲ ਦੇ ਲੋਕ, ਖਾਸ ਕਰਕੇ ਬਿਨਯਾਮੀਨ ਦੇ ਲੋਕ ਇੱਥੇ ਦਾਊਦ ਨੂੰ ਮਿਲਣ ਆਏ। ਕਿਉਂ ਬਿਨਯਾਮੀਨ ਦੇ ਕਬੀਲੇ ਦੇ ਲੋਕ ਦਾਊਦ ਨੂੰ ਮਿਲਣ ਆਏ? ਕਿਉਂਕਿ ਬਿਨਯਾਮੀਨ ਦੇ ਕਬੀਲੇ ਦੇ ਲੋਕ ਸਭ ਤੋਂ ਜ਼ਿਆਦਾ ਸੀ ਜਿਹੜੇ ਅਬਸ਼ਾਲੋਮ ਦੇ ਨਾਲ ਰਲੇ ਸੀ। ਸੋ ਉਹ ਦਾਊਦ ਨੂੰ ਉਸਨੂੰ ਇੱਥੇ ਉਸਦਾ ਉਹਨਾਂ ਨੇ ਸਵਾਗਤ ਕੀਤਾ, ਔਰ ਉਸਨੂੰ ਵਾਪਸ ਜਿੱਦਾਂ ਉਹ ਜਾ ਰਿਹਾ, ਲੋਕ ਉਸਦਾ ਸਵਾਗਤ ਕਰ ਰਹੇ ਆ, ਕਿਉਂਕਿ ਉਸਨੇ ਇੱਥੋਂ ਜਾ ਕੇ ਹੁਣ ਯਰੂਸ਼ਲਮ ਦੇ ਵਿੱਚ ਜਾਣਾ। ਸੋ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਦਾਊਦ ਦਾ ਸਵਾਗਤ ਹੋ ਰਿਹਾ, ਦਾਊਦ ਨੂੰ ਵਾਪਸ ਘਰ ਲੈ ਕੇ ਜਾਇਆ ਜਾ ਰਿਹਾ। ਸਾਮ 9 ਜਿਸ ਨੂੰ ਮਿਲ ਜਾਏ। ਹਾਂਜੀ, ਮੈਂ ਹੀ ਪੜ੍ਹ ਦਵਾਂ ਪਾਸਟਰ। ਮੇਰੀ ਭੈਣ। ਹਾਂਜੀ, ਪਰਮੇਸ਼ਰ ਦੇ ਨਿਆਂ ਲਈ ਉਸ ਦਾ ਧੰਨਵਾਦ, ਪ੍ਰਭੂ ਦਾ ਧੰਨਵਾਦ ਮੈਂ ਆਪਣੇ ਪੂਰੇ ਦਿਲ ਨਾਲ ਕਰਾਂਗਾ, ਉਸ ਦੇ ਸਭ ਅਦਭੁਤ ਕੰਮ ਦਾ ਮੈਂ ਵਰਣਨ ਕਰਾਂਗਾ। ਹੇ ਪਰਮ ਪ੍ਰਧਾਨ, ਮੈਂ ਤੇਰੇ ਕਾਰਨ ਬਹੁਤ ਆਨੰਦਿਤ ਹੋਵਾਂਗਾ, ਮੈਂ ਤੇਰੇ ਨਾਂ ਦੀ ਵਡਿਆਈ ਕਰਾਂਗਾ। ਮੇਰੇ ਵੈਰੀ ਪਿਛਾਂਹ ਮੁੜ ਜਾਂਦੇ ਹਨ, ਉਹ ਤੇਰੇ ਸਾਹਮਣੇ ਡਿੱਗ ਕੇ ਨਾਸ਼ ਹੋ ਜਾਂਦੇ ਹਨ। ਤੂੰ ਸਿੰਘਾਸਣ ਉੱਤੇ ਸੱਚ ਨਿਆਂਕਰਤਾ ਦੇ ਵਾਂਗ ਬੈਠਦਾ ਹੈ, ਤੂੰ ਮੇਰੇ ਹੱਕ ਵਿੱਚ ਫੈਸਲਾ ਦਿੱਤਾ ਹੈ। ਤੂੰ ਪਰਾਈਆਂ ਕੌਮਾਂ ਨੂੰ ਝਿੜਕਿਆ ਹੈ, ਤੂੰ ਦੁਸ਼ਟਾਂ ਨੂੰ ਨਾਸ਼ ਕੀਤਾ ਹੈ, ਤੂੰ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਸਾਡੇ ਵੈਰੀਆਂ ਦਾ ਹਮੇਸ਼ਾ ਲਈ ਅੰਤ ਹੋ ਗਿਆ, ਤੂੰ ਉਹਨਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਤੇ ਉਹਨਾਂ ਦੀ ਯਾਦ ਤੱਕ ਖਤਮ ਹੋ ਚੁੱਕੀ ਹੈ। ਪ੍ਰਭੂ ਸਿੰਘਾਸਣ ਉੱਤੇ ਹਮੇਸ਼ਾ ਦੇ ਲਈ ਬੈਠਾ ਹੈ, ਉਸਨੇ ਨਿਆਂ ਦੇ ਲਈ ਆਪਣਾ ਸਿੰਘਾਸਣ ਲਾ ਰੱਖਿਆ ਹੈ। ਉਸ ਦੇ ਰਾਜ ਦਾ ਆਧਾਰ ਸੱਚ ਹੈ, ਉਹ ਕੌਮਾਂ ਦਾ ਨਿਆਂ ਸੱਚ ਦੇ ਆਧਾਰ ਤੇ ਕਰਦਾ ਹੈ। ਪ੍ਰਭੂ ਜ਼ੁਲਮ ਹੇਠ ਪਿਸ ਰਹੇ ਲੋਕਾਂ ਦਾ ਕਿਲਾ ਹੈ, ਉਹ ਦੁੱਖ ਦੇ ਸਮੇਂ ਲਈ ਉਹਨਾਂ ਦਾ ਆਸਰਾ ਹੈ। ਜੋ ਤੇਰੇ ਨਾਂ ਨੂੰ ਜਾਣਦੇ ਹਨ ਉਹ ਤੇਰੇ ਤੇ ਭਰੋਸਾ ਰੱਖਦੇ ਹਨ। ਪ੍ਰਭੂ, ਤੂੰ ਆਪਣੇ ਕੋਲ ਆਉਣ ਵਾਲਿਆਂ ਨੂੰ ਕਦੀ ਛੱਡਦਾ ਨਹੀਂ। ਪ੍ਰਭੂ ਦੀ ਵਡਿਆਈ ਕਰੋ, ਉਹ ਸਿਓਨ ਵਿੱਚ ਰਹਿੰਦਾ ਹੈ, ਉਸਦੇ ਕੰਮਾਂ ਬਾਰੇ ਤੁਸੀਂ ਲੋਕਾਂ ਨੂੰ ਦੱਸੋ। ਉਹ ਖੂਨ ਦਾ ਬਦਲਾ ਲੈਂਦਿਆਂ ਨਤਾਣਿਆਂ ਨੂੰ ਯਾਦ ਕਰਦਾ ਹੈ, ਉਹ ਉਹਨਾਂ ਦੀ ਪੁਕਾਰ ਨੂੰ ਭੁੱਲਦਾ ਨਹੀਂ ਹੈ। ਹੇ ਪ੍ਰਭੂ, ਤੂੰ ਮੇਰੇ ਤੇ ਦਇਆ ਕਰ, ਤੂੰ ਮੇਰੇ ਉਹਨਾਂ ਦੁੱਖਾਂ ਨੂੰ ਦੇਖ ਜੋ ਮੈਨੂੰ ਮੇਰੇ ਵੈਰੀਆਂ ਤੋਂ ਮਿਲੇ ਹਨ। ਤੂੰ ਤਾਂ ਮੈਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ ਹੈ। ਮੈਂ ਸਿਓਨ ਦੇ ਲੋਕਾਂ ਸਾਹਮਣੇ ਤੇਰੀਆਂ ਸਭ ਵਡਿਆਈਆਂ ਬਾਰੇ ਦੱਸਾਂਗਾ। ਮੈਂ ਤੇਰੇ ਤੋਂ ਮਿਲੇ ਛੁਟਕਾਰੇ ਲਈ ਆਨੰਦਿਤ ਹੋਵਾਂਗਾ। ਪਰਾਈਆਂ ਕੌਮਾਂ ਦੇ ਲੋਕ ਆਪਣੇ ਪੁੱਟੇ ਟੋਇਆਂ ਵਿੱਚ ਆਪ ਹੀ ਡਿੱਗ ਪਏ ਹਨ, ਉਹ ਆਪ ਹੀ ਆਪਣੇ ਫੰਦਿਆਂ ਵਿੱਚ ਫਸ ਚੁੱਕੇ ਹਨ। ਪ੍ਰਭੂ ਨੇ ਆਪਣੇ ਆਪ ਨੂੰ ਆਪਣੇ ਕੀਤੇ ਨਿਆਂ ਦੇ ਦੁਆਰਾ ਪ੍ਰਗਟ ਕੀਤਾ ਹੈ। ਬੁਰੇ ਲੋਕ ਆਪਣੇ ਹੱਥਾਂ ਦੇ ਕੀਤੇ ਕੰਮਾਂ ਵਿੱਚ ਫਸ ਗਏ ਹਨ। ਬੁਰੇ ਲੋਕਾਂ ਦਾ ਟਿਕਾਣਾ ਨਰਕ ਕੁੰਡ ਹੀ ਹੈ, ਉਹਨਾਂ ਕੌਮਾਂ ਦਾ ਵੀ ਜੋ ਪਰਮੇਸ਼ਰ ਨੂੰ ਭੁੱਲ ਚੁੱਕੀਆਂ ਹਨ। ਲੋੜਵੰਦ ਹਮੇਸ਼ਾ ਭੁੱਲੇ ਨਹੀਂ ਰਹਿਣਗੇ, ਨਾ ਹੀ ਗਰੀਬਾਂ ਦੀ ਉਮੀਦ ਹਮੇਸ਼ਾ ਖਤਮ ਕੀਤੀ ਜਾਵੇਗੀ। ਹੇ ਪ੍ਰਭੂ, ਉੱਠ, ਮਨੁੱਖ ਨੂੰ ਆਪਣੇ ਸਾਹਮਣੇ ਆਕੀ ਨਾ ਹੋਣ ਦੇ, ਤੇਰੇ ਸਾਹਮਣੇ ਕੌਮ ਦਾ ਨਿਆਂ ਕੀਤਾ ਜਾਵੇ। ਹੇ ਪ੍ਰਭੂ, ਉਹਨਾਂ ਨੂੰ ਤੂੰ ਆਪਣੇ ਪੈਰ ਹੇਠ ਕਰ, ਤੂੰ ਉਹਨਾਂ ਨੂੰ ਚਿੰਤਾ ਦੇ ਕਿ ਉਹ ਕੇਵਲ ਮਨੁੱਖ ਹੀ ਹਨ। ਆਮੀਨ। ਆਮੀਨ। ਇਸ ਚੀਜ਼ ਦਾ ਡਰ ਰੱਖਣਾ ਕਿ ਮੈਂ ਸਿਰਫ ਇੱਕ ਮਨੁੱਖ ਹਾਂ, ਔਰ ਉਸਨੇ ਲੋਕਾਂ ਦੇ ਸਾਹਮਣੇ ਵੀ ਦੱਸਿਆ ਕਿ ਮੈਂ ਵੀ ਬਸ ਇੱਕ ਮਨੁੱਖ ਹਾਂ, ਇਸ ਤੋਂ ਇਲਾਵਾ ਕੁਛ ਨਹੀਂ। ਤੁਸੀਂ ਸਵਾਗਤ ਕਰਨਾ ਚਾਹੁੰਦੇ ਹੋ ਤਾਂ ਸਵਾਗਤ ਪ੍ਰਭੂ ਦਾ ਕਰੋ, ਕਿਉਂਕਿ ਇਹ ਜਿੱਤ ਉਸ ਦੀ ਹੈ। ਇਸ ਸਾਰੀ ਆਰਮੀ ਦਾ ਜਰਨੈਲ ਉਹ ਆ, ਔਰ ਉਹ ਆ ਰਿਹਾ, ਉਹ ਆਪਣੀ ਫੌਜ ਨੂੰ ਲੈ ਕੇ ਆ ਰਿਹਾ, ਉਹਦੇ ਲਈ ਜਿੱਤ ਦਾ ਨਾਰਾ ਮਾਰਿਆ। ਔਰ ਫਿਰ ਉਸਨੇ ਇਹ ਜਿਹੜਾ ਜ਼ਬੂਰ ਆ, ਇਹ ਜ਼ਬੂਰ
ਪ੍ਰਭੂ ਦੀ ਵਡਿਆਈ ਦੇ ਲਈ ਗਾਇਆ ਕਿ ਸਿੰਘਾਸਨ ਤੇ ਸਿਰਫ ਪ੍ਰਭੂ, ਔਰ ਉਸ ਦੇ ਸਿੰਘਾਸਨ ਦਾ ਕੋਈ ਅੰਤ ਨਹੀਂ ਕਰ ਸਕਦਾ। ਠੀਕ, ਸੋ ਇਹ ਜਿਸ ਲਈ ਅਸੀਂ ਇਹ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਉਹ ਨਿਤਾਣਿਆਂ ਦਾ ਖਿਆਲ ਰੱਖਦਾ। ਪ੍ਰਭੂ ਦੇ ਨਾਮ ਨੂੰ, ਬਹੁਤ ਪਿਆਰੀ ਆਇਤ ਹੈ 10ਵੀਂ, ਜੋ ਤੇਰੇ ਨਾਮ ਨੂੰ ਜਾਣਦੇ ਨਾ। ਨਾਮ ਦਾ ਪਤਾ ਹੋਣਾ ਔਰ ਨਾਮ ਨੂੰ ਜਾਣਨਾ ਦੋ ਵੱਖਰੀਆਂ ਚੀਜ਼ਾਂ। ਨਾਮ ਨੂੰ ਅਸੀਂ ਉਸ ਲਈ ਜਾਣਦੇ ਹਾਂ ਜਿਸ ਲਈ ਅਸੀਂ ਉਸ ਨੂੰ ਜਾਣਦੇ, ਜਿਸ ਲਈ ਸਾਡਾ ਉਸ ਦੇ ਨਾਲ ਇੱਕ ਰਿਸ਼ਤਾ ਹੈ। ਔਰ ਇੱਕ ਧਰਮ ਨੇ, ਇੱਕ ਰਿਸ਼ਤਾ ਹੈ। ਉਸ ਦੇ ਵਿੱਚ ਅਸੀਂ ਇਹ ਨਹੀਂ ਦੇਖਦੇ ਕਿ ਮੈਂ ਪ੍ਰਭੂ ਦਾ ਕੀ ਕਰਦਾ, ਉਹਦੇ ਵਿੱਚ ਅਸੀਂ ਇਹ ਦੇਖਦੇ ਪਏ ਕਿ ਪ੍ਰਭੂ ਕੀ ਮੇਰੇ ਤੋਂ ਇਸ ਹਮ ਇਸ ਜੋ ਤੇਰੇ ਨਾਮ ਨੂੰ ਜਾਣਦੇ ਆ ਉਹ ਤੇਰੇ ਤੇ ਭਰੋਸਾ ਰੱਖਦੇ। ਠੀਕ, ਸੋ ਇਹ ਚੀਜ਼ਾਂ, ਔਰ ਉਸਨੇ ਦੱਸਿਆ ਨਿਤਾਣਿਆਂ ਨੂੰ ਚੁੱਕਦਾ, ਉਹ ਜਿਹੜੇ ਜੁਰਮ ਥੱਲੇ ਪਿਸ ਰਹੇ ਹੁੰਦੇ ਆ ਉਹ ਉਹਨਾਂ ਦੇ ਨਾਲ ਖੜਦਾ, ਔਰ ਲੋੜਵੰਦਾਂ ਦਾ, ਜ਼ਰੂਰਤਮੰਦਾਂ ਦੀ ਜ਼ਰੂਰਤ ਨੂੰ ਉਹ ਪੂਰਾ ਕਰਦਾ। ਸੋ ਕੌਮ ਦਾ ਧਿਆਨ ਪ੍ਰਭੂ ਦੇ ਵੱਲ ਲਿਆਂਦਾ ਜਾ ਰਿਹਾ। ਜਿੱਦਾਂ ਜਿੱਦਾਂ ਉਹ ਅੱਗੇ ਵੱਧ ਰਿਹਾ, ਕੌਮ ਦਾ ਧਿਆਨ ਉਹ ਪ੍ਰਭੂ ਦੇ ਵੱਲ ਲੈ ਕੇ ਜਾ ਰਿਹਾ। ਸੋ ਹੁਣ ਉਸਨੂੰ ਬਹੁਤ ਸਾਰੇ ਰਸਤੇ 'ਚ ਐਸੇ ਕੰਮ ਕਰਨੇ ਪੈਣੇ ਆ ਕਿ ਜਿਹਦੇ ਨਾਲ ਉਹ ਬਰਕਤ ਬਣੇ, ਬਦਲੇ ਨਾ ਲਾਏ। ਸੋ ਆਓ ਹੁਣ ਅਸੀਂ ਉਸ ਹਿੱਸੇ ਨੂੰ ਦੇਖੀਏ ਕਿ ਜਿਸ ਲਈ ਅਸੀਂ ਇੱਥੇ ਤੱਕ ਆਉਣੇ ਆ। ਅਸੀਂ ਹੁਣ ਦੇਖਾਂਗੇ ਸ਼ਮਾਈ ਨੂੰ ਮਾਫ ਕਰਨਾ, ਤੇ ਫਿਰ ਮਫੀਬੋਸਤ ਜਿਹੜਾ ਹੈਗਾ ਆ ਉਸਦੇ ਮਿੱਤਰ ਦਾ ਬੇਟਾ, ਉਸਦੇ ਉੱਤੇ ਦਇਆ ਕਰਨੀ। ਸੋ ਆਓ ਅਸੀਂ ਪਹਿਲਾਂ ਦੇਖਦੇ ਹੈਗੇ ਆ 23 ਆਇਤ ਤੱਕ। ਰਾਜਾ ਦਾ ਸ਼ਮਈ ਉੱਤੇ ਦਇਆ ਕਰਨਾ। ਜਦੋਂ ਰਾਜਾ ਜਰਦਨ ਦਰਿਆ ਪਾਰ ਹੀ ਕਰਨ ਵਾਲਾ ਸੀ ਤਾਂ ਸ਼ਮਈ ਨੇ ਉਸਦੇ ਚਾਰਨਾਂ ਵਿੱਚ ਟਹਿ ਪਿਆ ਅਤੇ ਉਸਨੇ ਕਿਹਾ, ਮਹਾਰਾਜ, ਮੈਨੂੰ ਮੇਰਾ ਉਹ ਅਪਰਾਧ ਮਾਫ ਕਰ ਦੇਵੋ ਜੋ ਮੈਂ ਤੁਹਾਡੇ ਵਿਰੁੱਧ ਉਸ ਸਮੇਂ ਕੀਤਾ ਸੀ ਜਦੋਂ ਤੁਸੀਂ ਯਰੂਸ਼ਲਮ ਨੂੰ ਛੱਡਿਆ ਸੀ। ਤੁਸੀਂ ਕਿਰਪਾ ਕਰਕੇ ਮੇਰੇ ਕੀਤੇ ਨੂੰ ਭੁੱਲ ਜਾਵੋ। ਤੁਹਾਡਾ ਇਹ ਦਾਸ ਜਾਣਦਾ ਹੈ ਕਿ ਇਸਨੇ ਇਹ ਪਾਪ ਕੀਤਾ ਸੀ, ਇਸੇ ਲਈ ਮੈਂ ਯੂਸਫ ਦੇ ਕਬੀਲੇ ਵਿੱਚੋਂ ਸਭ ਤੋਂ ਪਹਿਲਾਂ ਤੁਹਾਨੂੰ ਮਿਲਣ ਆਇਆ ਹਾਂ। ਉਸ ਸਮੇਂ ਸਰੂਆ ਦੇ ਪੁੱਤਰ ਅਬੀਸ਼ਾਈ ਨੇ ਕਿਹਾ, ਸ਼ਮਈ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਇਸਨੇ ਪ੍ਰਭੂ ਦੇ ਚੁਣੇ ਹੋਏ ਰਾਜਾ ਨੂੰ ਸਰਾਪ ਦਿੱਤਾ ਸੀ। ਪਰ ਦਾਊਦ ਰਾਜਾ ਨੇ ਅਬੀਸ਼ਾਈ ਅਤੇ ਉਸਦੇ ਭਰਾ ਯੋਆਬ ਨੂੰ ਕਿਹਾ, ਸਰੂਆ ਦੇ ਪੁੱਤਰੋ, ਤੁਸੀਂ ਕਿਉਂ ਵਿਅਰਥ ਮੈਨੂੰ ਤੰਗ ਕਰਨ ਦੀ ਸੋਚ ਰਹੇ ਹੋ? ਮੈਂ ਤੁਹਾਡੇ ਤੋਂ ਕੋਈ ਰਾਏ ਨਹੀਂ ਮੰਗੀ ਹੈ। ਕੀ ਮੈਂ ਇਸਰਾਏਲ ਦਾ ਰਾਜਾ ਨਹੀਂ ਹਾਂ? ਅੱਜ ਦੇ ਦਿਨ ਕੋਈ ਮਨੁੱਖ ਇਸਰਾਏਲ ਵਿੱਚ ਕਤਲ ਨਹੀਂ ਕੀਤਾ ਜਾਵੇਗਾ। ਤਦ ਰਾਜਾ ਨੇ ਸ਼ਮਈ ਨੂੰ ਵਚਨ ਦਿੱਤਾ, ਮੈਂ ਤੈਨੂੰ ਵਚਨ ਦਿੰਦਾ ਹਾਂ ਕਿ ਤੈਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ। ਸੋ ਬਹੁਤ ਭਾਰਾ ਗੁਨਾਹ ਉਸਨੇ ਕੀਤਾ ਸੀ। ਉਸਨੇ ਜਿਹੜਾ ਗੁਨਾਹ ਕੀਤਾ ਸੀ ਉਹ ਤਾਂ ਉਸਨੂੰ ਤਾਂ ਉੱਥੇ ਹੀ ਮਾਰਿਆ ਜਾਣਾ ਚਾਹੀਦਾ ਸੀ, ਕਿਉਂਕਿ ਜਿਸ ਲਈ ਦਾਊਦ ਭੱਜ ਰਿਹਾ ਸੀਗਾ ਤਾਂ ਬਚ ਕੇ ਨਿਕਲਦਾ ਪਿਆ ਸੀਗਾ, ਉੱਥੇ ਉਸਨੇ ਦਾਊਦ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਸੀ ਕਿ ਉਸਦਾ ਉੱਥੇ ਹੀ ਮਾਰਿਆ ਜਾਣਾ ਜ਼ਰੂਰੀ ਸੀਗਾ। ਜਿਸ ਲਈ ਅਸੀਂ 16ਵੇਂ ਭਾਵ ਦੇ ਵਿੱਚ ਆਉਨੇ ਆ ਤਾਂ ਉਸਦੀ 5ਵੀਂ ਆਇਤ ਦੇ ਵਿੱਚੋਂ ਦੇਖਦੇ ਆ ਤਾਂ ਉੱਥੇ ਲਿਖਿਆ ਕਿ ਜਦੋਂ ਦਾਊਦ ਬਹਰੀਮ ਵਿੱਚ ਪਹੁੰਚਿਆ ਤਾਂ ਉੱਥੇ ਉਸ ਨੂੰ ਸਾਊਲ ਦਾ ਇੱਕ ਸੰਬੰਧੀ ਗੇਰਾ ਦਾ ਪੁੱਤਰ ਸ਼ਮਈ ਮਿਲਣ ਦੇ ਲਈ ਜੋ ਉਸ ਨੂੰ ਸਰਾਫ ਦੇ ਰਿਹਾ ਸੀ। ਸ਼ਮਈ ਦਾਊਦ ਅਤੇ ਉਸਦੇ ਲੋਕਾਂ ਦੇ ਉੱਤੇ ਪੱਥਰ ਸੁੱਟਣ ਲੱਗਾ
ਪਰ ਰਾਜਾ ਦੇ ਚਾਰੇ ਪਾਸੇ ਉਸਦੇ ਸੁਰੱਖਿਆ ਦਲ ਦੇ ਲੋਕ ਸਨ। ਸ਼ਮਾਈ ਨੇ ਦਾਊਦ ਨੂੰ ਇਹ ਕਹਿ ਕੇ ਸਰਾਪ ਦਿੱਤਾ ਸੀ, ਤੂੰ ਬਾਹਰ ਨਿਕਲ, ਤੂੰ ਬਾਹਰ ਨਿਕਲ, ਤੂੰ ਕਾਤਲ ਹੈ, ਤੂੰ ਘਿਨਾਉਣਾ ਹੈ, ਤੂੰ ਸਾਊਲ ਦੇ ਟੱਬਰ ਦੇ ਬਹੁਤ ਸਾਰੇ ਲੋਕਾਂ ਦਾ ਕਤਲ ਕਰਕੇ ਉਸਦਾ ਰਾਜ ਲੈ ਲਿਆ ਸੀ। ਇਸ ਦੇ ਬਦਲੇ ਹੁਣ ਤੈਨੂੰ ਪ੍ਰਭੂ ਸਜ਼ਾ ਦੇ ਰਿਹਾ ਹੈ। ਪ੍ਰਭੂ ਨੇ ਤੇਰਾ ਰਾਜ ਤੇਰੇ ਹੀ ਪੁੱਤਰ ਅਬਸ਼ਾਲੋਮ ਨੂੰ ਦੇ ਦਿੱਤਾ ਹੈ ਅਤੇ ਤੂੰ ਇੱਕ ਕਾਤਲ ਦੀ ਤਰ੍ਹਾਂ ਨਾਸ ਹੋ ਰਿਹਾ ਹੈ। ਤਦ ਅਬਸ਼ਈ ਨੇ ਕਿਹਾ ਸੀਗਾ ਕਿ ਰਾਜਾ ਤੂੰ ਮੈਨੂੰ ਕਹਿ, ਮੈਂ ਇਹਦਾ ਹੁਣੇ ਸਿਰ ਲਾ ਕੇ ਲਿਆਉਣਾ। ਦਾਊਦ ਨੇ ਕਿਹਾ, ਜੇ ਮੈਨੂੰ ਸਰਾਪ ਪ੍ਰਭੂ ਦੇ ਵੱਲੋਂ ਦੇ ਰਿਹਾ, ਔਰ ਇਹ ਹੈ ਜਿਸ ਤਰ੍ਹਾਂ ਕਿ ਪਿਓਰ ਪ੍ਰਭੂ ਨੂੰ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਸੁੱਟ ਦੇਣਾ। ਉਸਨੇ ਕਿਹਾ ਜਿਹੜਾ ਇਹ ਸਰਾਪ ਮੈਨੂੰ ਦੇ ਵੀ ਰਿਹਾ ਨਾ, ਅਗਰ ਇਹ ਪ੍ਰਭੂ ਵੱਲੋਂ ਆ ਕਿਸ ਨੂੰ ਦੇਣ ਦੇ। ਅਗਰ ਇਹ ਸੱਚ ਆ ਤਾਂ ਫਿਰ ਇਹ ਸੱਚ ਬੋਲਦਾ ਪਿਆ, ਪ੍ਰਭੂ ਵੱਲੋਂ ਬੋਲਦਾ। ਪਰ ਅਗਰ ਇਹ ਝੂਠ ਆ ਤਾਂ ਫਿਰ ਇਹ ਪ੍ਰਭੂ ਵੱਲੋਂ ਨਹੀਂ ਬੋਲਦਾ। ਔਰ ਹੁਣ ਝੂਠ ਸਾਬਤ ਹੋਇਆ, ਉਸ ਦੀ ਸਜ਼ਾ ਮੌਤ। ਪਰ ਦਾਊਦ ਨੇ ਇੱਕ ਉਹ ਜਿਹੜਾ ਪ੍ਰਭੂ ਦੇ ਵੱਲ ਲੋਕਾਂ ਦਾ ਧਿਆਨ ਲਾ ਰਿਹਾ, ਅਗਰ ਉਹ ਸ਼ਮਈ ਨੂੰ ਮਾਰ ਦਿੰਦਾ ਆ, ਜਿਸਨੇ ਆਪਣੇ ਆਪ ਨੂੰ ਉਸਦੇ ਪੈਰਾਂ ਦੇ ਵਿੱਚ ਸੁੱਟ ਦਿੱਤਾ, ਤਾਂ ਫਿਰ ਉਹ ਦੋਗਲਾਪਨ ਸਾਬਤ ਇੱਥੇ ਕਰਦਾ ਸੀ ਕਿ ਸ਼ਮਈ ਨੇ ਮਾਫੀ ਮੰਗੀ ਆ ਤੇ ਦਾਊਦ ਨੇ ਉਸ ਨੂੰ ਮਾਫ ਨਹੀਂ ਕੀਤਾ। ਯੋਆਬ, ਅਬਸ਼ਈ, ਦੋ ਭਰਾ ਆ, ਉਹ ਦੋਨੋਂ ਜਨਰਲ, ਦੋਨੋਂ ਗੁੱਸੇ ਦੇ ਵਿੱਚ ਉਹ ਕਹਿੰਦਾ ਇਸ ਦਾ ਮਰਨਾ ਜ਼ਰੂਰੀ ਹੈ। ਜੋ ਇਸਨੇ ਕਿਹਾ ਸੀ ਉਹ ਗਲਤ ਸਾਬਤ ਹੋਇਆ, ਇਸ ਦਾ ਮਰਨਾ ਜ਼ਰੂਰੀ, ਇਸ ਦੇ ਸਰਾਪ ਗਲਤ ਸਾਬਤ ਹੋਏ। ਉਸਨੇ ਕਿਹਾ ਮੈਂ ਤੁਹਾਨੂੰ ਪੁੱਛਿਆ ਨਹੀਂ, ਪਰ ਅੱਜ ਦੇ ਦਿਨ ਇਜ਼ਰਾਈਲ ਦੇ ਵਿੱਚ ਕੋਈ ਨਹੀਂ ਮਾਰਿਆ। ਅੱਜ ਦੇ ਦਿਨ ਜਿੱਦਾਂ ਪ੍ਰਭੂ ਮੈਨੂੰ ਮਾਫ ਕਰਕੇ ਲਿਆ ਰਿਹਾ ਵਾਪਸ, ਉਸੇ ਤਰ੍ਹਾਂ ਇਸ ਨੂੰ ਵੀ ਮਾਫੀ ਦਿੱਤੀ ਜਾਏ, ਇਸ ਨੂੰ ਵੀ ਮਾਫੀ ਦਿੱਤੀ ਜਾਏ। ਦਾਊਦ ਨੇ ਕਿਹਾ ਮੈਂ ਤੈਨੂੰ ਵਚਨ ਦਿੰਦਾ, ਤੈਨੂੰ ਕੋਈ ਕਤਲ ਨਹੀਂ ਕਰੇਗਾ। ਯਾਨੀ ਕਿ ਰਾਜਾ ਦੀ ਪ੍ਰੋਟੈਕਸ਼ਨ ਦੇ ਥੱਲੇ ਸ਼ਮਈ ਆ ਗਿਆ, ਕਿਉਂਕਿ ਜਿਹੜਾ ਵੀ ਹੁਣ ਉਸ ਨੂੰ ਕਤਲ ਕਰੇਗਾ ਉਸ ਨੂੰ ਔਰ ਉਸਦੇ ਟੱਬਰ ਨੂੰ ਜਵਾਬ ਦੇ ਹੋਣਾ ਪਏਗਾ ਦਾਊਦ ਦੇ ਲਈ। ਔਰ ਕੌਮ ਇਸ ਚੀਜ਼ ਨੂੰ ਦੇਖ ਰਹੀ ਹੈ, ਬਿਨਯਾਮੀਨ ਦਾ ਕਬੀਲਾ ਇਸ ਚੀਜ਼ ਨੂੰ ਦੇਖ ਕਿ ਰਾਜਾ ਦਾਊਦ ਨੇ ਸਾਡੇ ਤੋਂ ਬਦਲੇ ਨਹੀਂ ਲੈ ਸਕਦਾ ਸੀ। ਪ੍ਰਭੂ ਉਸ ਨੂੰ ਬੁੱਧੀ ਵੀ ਦੇ ਰਿਹਾ, ਦਇਆ ਵੀ ਦੇ ਰਿਹਾ, ਔਰ ਉਸ ਨੂੰ ਸਥਾਪਿਤ ਵੀ ਕਰ ਰਿਹਾ, ਕਿਉਂਕਿ ਸਿਵਲ ਵਾਰ ਇਸ ਤੋਂ ਬਾਅਦ ਬਹੁਤ ਵੱਡੀ ਛਿੜ ਸਕਦੀ ਸੀ। ਔਰ ਪ੍ਰਭੂ ਇੱਕ ਖੂਨ ਖਰਾਬੇ ਤੋਂ ਸ਼ਾਂਤੀ ਵੀ ਲਿਆ ਰਿਹਾ। ਔਰ ਹੁਣ ਯੋਨਾਥਨ ਦਾ ਜਿਹੜਾ ਪੁੱਤਰ ਆ, ਸਾਊਲ ਦਾ ਪੁੱਤਰ ਯੋਨਾਥਨ ਦਾ ਪੁੱਤਰ ਮਸ਼ੀਬੋਸ਼ਤ, ਹੁਣ ਉਸ ਦੀ ਵਾਰੀ ਆਈ ਹੈ ਜਿਹੜਾ ਲੱਤਾਂ ਤੋਂ ਕਮਜ਼ੋਰ। ਸੋ ਆਓ ਆਪਾਂ ਇਸ ਨੂੰ ਦੇਖੀਏ 24 ਆਇਤ ਤੋਂ ਲੈ ਕੇ 30 ਆਇਤ। ਰਾਜਾ ਦਾ ਮਫੀਬੋਸ਼ਤ ਉੱਤੇ ਦਇਆ ਕਰਨਾ। ਪਰ ਸਾਊਲ ਦਾ ਪੋਤਰਾ ਮਫੀਬੋਸ਼ਤ ਰਾਜਾ ਦਾਊਦ ਨੂੰ ਮਿਲਣ ਆਇਆ। ਮਫੀਬੋਸ਼ਤ ਨੇ ਰਾਜਾ ਦਾਊਦ ਦੇ ਯਰੂਸ਼ਲਮ ਸ਼ਹਿਰ ਤੋਂ ਜਾਣ ਦੇ ਪਿੱਛੋਂ ਉਸਦੇ ਵਾਪਸ ਮੁੜਨ ਤੱਕ ਨਾ ਆਪਣੇ ਪੈਰ ਧੋਤੇ, ਨਾ ਦਾੜੀ ਕੱਟੀ ਅਤੇ ਨਾ ਹੀ ਕੱਪੜੇ ਧੋਤੇ ਸਨ। ਪਰ ਜਦੋਂ ਮਫੀਬੋਸ਼ਤ ਯਰੂਸ਼ਲਮ ਵਿੱਚ ਰਾਜਾ ਨੂੰ ਮਿਲਣ ਆਇਆ ਤਾਂ ਰਾਜਾ ਨੇ ਉਸ ਤੋਂ ਪੁੱਛਿਆ, ਤੂੰ ਸਾਡੇ ਨਾਲ ਕਿਉਂ ਨਹੀਂ ਆਇਆ? ਮਫੀਬੋਸ਼ਤ ਨੇ ਉੱਤਰ ਦਿੱਤਾ, ਮਹਾਰਾਜ, ਮੈਂ ਲੰਗੜਾ ਹੋਣ ਕਾਰਨ ਗਧੇ ਉੱਤੇ ਨਹੀਂ ਚੜ ਸਕਦਾ ਸਾਂ, ਇਸ ਲਈ ਮੈਂ ਆਪਣੇ ਨੌਕਰ ਨੂੰ ਕਿਹਾ ਕਿ ਉਹ ਮੈਨੂੰ ਗਧੇ ਉੱਤੇ ਚੜਾ ਦੇਵੇ, ਪਰ ਉਸਨੇ ਮੇਰੇ ਨਾਲ ਧੋਖਾ ਕੀਤਾ।
ਉਸਨੇ ਮੇਰੇ ਵਿਰੁੱਧ ਤੁਹਾਡੇ ਕੋਲ ਆ ਕੇ ਝੂਠ ਬੋਲਿਆ, ਪਰ ਮਹਾਰਾਜ ਤੁਸੀਂ ਪਰਮੇਸ਼ਰ ਦੇ ਸਵਰਗਦੂਤ ਵਰਗੇ ਹੋ, ਇਸ ਲਈ ਜੋ ਚਾਹੋ ਕਰੋ। ਮੇਰੇ ਪਿਤਾ ਦਾ ਸਾਰਾ ਟੱਬਰ ਤੁਹਾਡੇ ਸਾਹਮਣੇ ਮੌਤ ਦੀ ਸਜ਼ਾ ਦਾ ਹੱਕਦਾਰ ਸੀ, ਪਰ ਤੁਸੀਂ ਆਪਣੇ ਇਸ ਸੇਵਕ ਨੂੰ ਫਿਰ ਵੀ ਆਪਣੀ ਮੇਜ਼ ਉੱਤੇ ਬਿਠਾ ਕੇ ਹਮੇਸ਼ਾ ਖਵਾਇਆ। ਮੈਂ ਇਸ ਤੋਂ ਵੱਧ ਤੁਹਾਡੇ ਤੋਂ ਦਇਆ ਦੇ ਰੂਪ ਵਿੱਚ ਕੀ ਮੰਗ ਸਕਦਾ ਹਾਂ? ਰਾਜਾ ਨੇ ਉਸ ਨੂੰ ਉੱਤਰ ਦਿੱਤਾ, ਤੈਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ। ਤੂੰ ਅਤੇ ਸੀਬਾ ਸਾਊਲ ਦੀ ਸਾਰੀ ਜ਼ਮੀਨ ਆਪੋ ਵਿੱਚ ਵੰਡ ਸਕਦੇ ਹੋ। ਮਫੀਬੋਸ਼ ਨੇ ਉੱਤਰ ਦਿੱਤਾ, ਇਹ ਸਾਰੀ ਧਰਤੀ ਸੀਬਾ ਲੈ ਸਕਦਾ ਹੈ, ਮੇਰੇ ਲਈ ਤਾਂ ਇੰਨਾ ਹੀ ਕਾਫੀ ਹੈ ਕਿ ਮੇਰਾ ਮਾਲਕ ਮਹਾਰਾਜ ਸਹੀ ਸਲਾਮਤ ਵਾਪਸ ਆ ਗਿਆ ਹੈ। ਆਮੀਨ। ਹੁਣ ਸ਼ੀਬਾ ਨੂੰ ਵੀ ਸਜ਼ਾ ਮਿਲ ਸਕਦੀ ਹੈ, ਪਰ ਦਾਊਦ ਕਿਸੇ ਦੀ ਵੀ ਕੀਤੀ ਭਲਾਈ ਨੂੰ ਨਹੀਂ ਭੁੱਲਦਾ। ਉਹ ਬੁਰਾਈ ਨੂੰ ਦੀ ਸਜ਼ਾ ਨਹੀਂ ਦੇ ਰਿਹਾ ਤੇ ਭਲਾਈ ਦੀ ਕੀ ਦਊਗਾ? ਕਿਉਂਕਿ ਸ਼ੀਬਾ ਉਸ ਵੇਲੇ ਦਾਊਦ ਦੇ ਕੋਲ ਗਧੇ, ਖੁਰਾਕ, ਰੋਟੀਆਂ ਔਰ ਦਾਖਰਸ ਔਰ ਜੋ ਉਹਨਾਂ ਨੂੰ ਖਾਣ ਪੀਣ ਦੇ ਲਈ ਮੀਟ ਚਾਹੀਦਾ ਸੀਗਾ, ਉਹ ਸਾਰੀਆਂ ਚੀਜ਼ਾਂ, ਕਿਉਂਕਿ ਕਾਲੀ ਦੇ ਵਿੱਚ ਨਿਕਲੇ ਸੀ, ਸਾਰੀਆਂ ਚੀਜ਼ਾਂ ਚੁੱਕ ਨਹੀਂ ਸਕੇ। ਔਰ ਉਹਨੇ ਉਹ ਗਧਿਆਂ ਦੇ ਉੱਤੇ ਲੱਦ ਕੇ ਲਿਆ ਕੇ ਦਿੱਤੇ, ਔਰ ਉਸਨੇ ਉਹ ਵੀ ਗਧੇ ਲਿਆ ਕੇ ਦਿੱਤੇ ਜਿਹੜੇ ਸਵਾਰੀ ਦੇ ਲਈ ਸੀ, ਤਾਂ ਕਿ ਦਾਊਦ ਦਾ ਟੱਬਰ ਔਰ ਬੱਚੇ ਉਹਨਾਂ ਗਧਿਆਂ ਤੇ ਬੈਠ ਕੇ ਉਹ ਆਪਣਾ ਸਫ਼ਰ ਕਰ ਸਕਣ। ਸ਼ੀਬਾ ਨੇ ਵੀ ਦਾਊਦ ਦੇ ਉੱਤੇ ਦਇਆ ਕੀਤੀ ਸੀ, ਪਰ ਝੂਠ ਬੋਲਿਆ ਸੀ। ਉਸਨੇ ਕਿਹਾ ਮਹੀਬੋਸ਼ਤ ਆਉਣਾ ਨਹੀਂ ਚਾਹੁੰਦਾ, ਮਹੀਬੋਸ਼ਤ ਹੁਣ ਇਹ ਚਾਹੁੰਦਾ ਕਿ ਤੂੰ ਉੱਥੋਂ ਚਲਾ ਗਿਆ, ਤੇ ਹੁਣ ਇਹ ਚਾਹੁੰਦਾ ਕਿ ਜਿਹੜੇ ਇਜ਼ਰਾਈਲ ਦੇ ਲੋਕ ਆ ਉਹ ਉਸ ਦੇ ਦਾਦੇ ਦਾ ਰਾਜ ਉਸ ਨੂੰ ਵਾਪਸ ਦੇ ਦੇਣ। ਸੋ ਇਸ ਦੀਆਂ ਬਿਉਂਤਾਂ ਬਣਾਉਂਦਾ ਪਿਆ। ਕਿ ਦਾਊਦ ਨੇ ਉਸਦਾ ਯਕੀਨ ਕੀਤਾ? ਨਾਟ ਰੀਅਲੀ, ਕਿਉਂਕਿ ਉਸਨੂੰ ਪਤਾ ਸੀ ਕਿ ਅਬਸ਼ਲੋਮ ਇੱਕ ਬਹਾਦਰ ਆ, ਔਰ ਉਸਨੇ ਕਦੀ ਵੀ ਸਾਊਲ ਦੇ ਟੱਬਰ ਨੂੰ ਲਾਗੇ ਨਹੀਂ ਲੱਗਣ ਦੇਣਾ। ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਣਦਾ ਸੀ। ਲੇਕਿਨ ਔਰ ਜਿਸ ਵੇਲੇ ਉਜਾੜ ਦੇ ਵਿੱਚ ਉਹ ਦੌੜਾ ਫਿਰਦਾ ਸੀ, ਤਾਂ ਉਸ ਵੇਲੇ ਅਬਸ਼ਲੋਮ ਨੇ ਉਹ ਵੀ ਦਿਨ ਦੇਖਿਓ। ਸੋ ਹੁਣ ਉਹ ਝੂਠ ਬੋਲ ਕੇ ਦਾਊਦ ਦੇ ਕੋਲ ਉਸਦੀ ਜ਼ਮੀਨ ਲੈ ਗਿਆ, ਸਾਰੀ ਸਾਊਲ ਦੀ ਜ਼ਮੀਨ ਸਾਰੀ ਲੈ ਗਿਆ। ਪਰ ਜਿਸ ਲਈ ਮਹੀਬੋਸ਼ਤ ਨੇ ਕਿਹਾ ਕਿ ਮਹਾਰਾਜ ਜੀ ਮੈਂ ਕਿੱਦਾਂ ਆ ਸਕਦਾ, ਮੇਰੀਆਂ ਤਾਂ ਦੋਨੋਂ ਲੱਤਾਂ ਟੁੱਟੀਆਂ। ਔਰ ਜਿਸ ਲਈ ਸਾਰੇ ਭੱਜ ਦੌੜ ਦੇ ਵਿੱਚ ਜਾ ਰਹੇ ਸੀਗੇ, ਤਾਂ ਮੈਂ ਆਪਣੇ ਨੌਕਰ ਨੂੰ ਕਿਹਾ ਕਿ ਤੂੰ ਮੈਨੂੰ ਚੱਕ ਕੇ ਗਧੇ ਤੇ ਬਿਠਾ ਦੇ, ਤਾਂ ਉਸਨੇ ਨਹੀਂ ਬਿਠਾਇਆ ਮੈਨੂੰ, ਉਹ ਗਧੇ ਲੈ ਕੇ ਚਲਾ ਗਿਆ। ਔਰ ਮੇਰੇ ਕੋਲ ਕੋਈ ਨਾ ਮੇਰੇ ਕੋਲ ਨੌਕਰ ਸੀ, ਨਾ ਮੇਰੇ ਕੋਲ ਗਧੇ ਸੀ, ਲੇਕਿਨ ਇਸ ਸਾਰੇ ਸਮੇਂ ਦੇ ਵਿੱਚ ਮੈਂ ਤੇਰੇ ਲਈ ਸੋਗ ਕੀਤਾ। ਨਾ ਮੈਂ ਆਪਣੇ ਪੈਰ ਧੋਤੇ ਔਰ ਨਾ ਮੈਂ ਆਪਣੇ ਵਾਲ ਕੱਟੇ, ਔਰ ਮੈਂ ਤੇਰਾ ਇੰਤਜ਼ਾਰ ਕੀਤਾ, ਕਿਉਂਕਿ ਤੂੰ ਮੇਰੇ ਲਈ ਫਰਿਸ਼ਤੇ ਵਰਗਾ ਹੈ। ਜਦ ਤੇਰੇ ਡਰ ਤੋਂ ਅਸੀਂ ਲੁਕੇ ਹੋ ਸੀਗੇ ਕਿ ਉਸਨੇ ਮਾਰ ਦੇਣਾ ਸਾਰੇ ਟੱਬਰ ਨੂੰ, ਤੂੰ ਸਾਡੇ ਟੱਬਰਾਂ ਨੂੰ ਮਾਰਿਆ, ਬਲਕਿ ਸਾਨੂੰ ਤੂੰ ਸੁੱਖ ਦਾ ਸਾਹ ਦਿੱਤਾ, ਔਰ ਮੈਨੂੰ, ਮੇਰੇ ਟੱਬਰ ਨੂੰ ਉਹਨਾਂ ਦੀਆਂ ਜ਼ਮੀਨਾਂ ਦਿੱਤੀਆਂ, ਮੈਨੂੰ ਤੂੰ ਆਪਣੇ ਮੇਜ਼ ਤੇ ਬਿਠਾਇਆ ਔਰ ਖੜਾਇਆ। ਮੇਰੇ ਲਈ ਇਸ ਤੋਂ ਵੱਡੀ ਚੀਜ਼ ਕੀ ਹੋ ਸਕਦੀ? ਇੱਕ ਲੱਤਾਂ ਤੋਂ ਵਾਂਝਾ ਇਨਸਾਨ ਇਸ ਤੋਂ ਜ਼ਿਆਦਾ ਕੀ ਕਰ ਸਕਦਾ ਕਿ ਉਸਦਾ ਰਾਜਾ ਉਸਦੇ ਬਾਪ ਦੀ ਮਿੱਤਰਤਾ ਦੇ ਕਰਕੇ ਉਸ ਨੂੰ ਆਪਣੇ ਉਸ ਮੇਜ਼ ਤੇ ਬਿਠਾ ਕੇ ਖਾਂਦਾ ਜਿੱਥੇ ਸਿਰਫ ਰਾਜਸੀ ਪੁੱਤਰ ਤੇ ਜਨਰਲ ਬਹਿ ਸਕਦੇ। ਤੂੰ ਮੈਨੂੰ ਉੱਥੇ ਬਿਠਾਇਆ, ਮੈਂ ਜ਼ਮੀਨ ਨੂੰ ਕੀ ਕਰਨਾ? ਉਸਨੇ ਕਿਹਾ ਠੀਕ ਆ, ਤੂੰ ਤੇ ਸ਼ੀਬਾ ਆਪਸ ਦੇ ਵਿੱਚ ਜ਼ਮੀਨ ਵੰਡ ਲਓ। ਕਹਿਣ ਦਾ ਕੀ ਮਤਲਬ ਕਿ ਮੈਂ ਸ਼ੀਬਾ ਨੇ ਜੋ ਮੇਰੇ ਲਈ ਕੀਤਾ ਮੈਂ ਉਸਨੂੰ ਵੀ ਨਹੀਂ ਭੁਲਾ ਸਕਦਾ, ਪਰ ਤੂੰ ਤੇ ਸ਼ੀਬਾ ਆਪਸ ਦੇ ਵਿੱਚ ਜ਼ਮੀਨ ਵੰਡ ਲਓ, ਇੱਕੋ ਜੀ ਵੰਡ ਲਓ, ਔਰ ਤੂੰ ਵਾਪਸ ਮੇਰੇ ਮੇਜ਼ ਤੇ ਖਾ ਸਕਦਾ। ਉਸਨੇ ਕਿਹਾ ਮੈਨੂੰ ਜ਼ਮੀਨਾਂ ਦੀ ਲੋੜ ਨਹੀਂ, ਮੈਨੂੰ ਤੇਰੀ ਲੋੜ। It's a beautiful thing ਜੋ ਉਸਨੇ ਕਹੀ। ਦੇਖੋ ਦਾਊਦ ਦੀ ਕੁੱਖ ਦੇ ਵਿੱਚ ਯਿਸੂ ਮਸੀਹ
ਦਾ ਲਹੂ ਆ, ਇਹ ਯਿਸੂ ਮਸੀਹ ਦਾ ਲਹੂ ਆ ਜੋ ਦਾਊਦ ਦੇ ਰਾਹੀਂ ਇਹ ਕੰਮ ਕਰਵਾ ਰਿਹਾ। ਜੇ ਤਾਂ ਅਸੀਂ ਉਹ ਲਹੂ ਦੀ ਲਾਈਨ ਦੇਖਦੇ ਹੁੰਦੇ ਸੀ, ਅਸੀਂ ਮੁੜ ਕੇ ਫੇਰ ਉੱਥੇ ਆਵਾਂਗੇ, ਦੇਖਾਂਗੇ ਇੱਕ ਦਿਨ ਮੁੜ ਕੇ ਜਦੋਂ ਦਾਊਦ ਦਾ ਰਾਜ ਖਤਮ ਹੋ ਜਾਏਗਾ, ਤੇ ਫਿਰ ਅਸੀਂ ਇੱਕ ਵਾਰੀ ਉਹਦੇ ਵਿੱਚ ਦੀ ਲੰਘਾਂਗੇ ਕਿ ਅਸੀਂ ਕਿੱਥੋਂ ਚੱਲੇ ਸੀ, ਕਿੱਥੇ ਪਹੁੰਚ ਚੁੱਕੇ ਹਾਂ ਰਾਜਿਆਂ ਦੀ ਪੋਥੀ ਸ਼ੁਰੂ ਕਰਨ ਤੋਂ ਪਹਿਲਾਂ। ਪਰ ਇਹ ਯਿਸੂ ਮਸੀਹ ਆ ਜੋ ਦਾਊਦ ਤੋਂ ਇਹ ਸਾਰੀਆਂ ਚੀਜ਼ਾਂ ਕਰਵਾ ਰਿਹਾ, ਆਪਣੇ ਦੁਸ਼ਮਣਾਂ ਨੂੰ ਵੀ ਮਾਫ ਕਰਦਾ ਪਿਆ, ਜਿਹੜੇ ਝੂਠ ਬੋਲੇ ਉਹਨਾਂ ਨੂੰ ਵੀ ਮਾਫ ਕਰਦਾ ਪਿਆ, ਕਿਸੇ ਦੀ ਭਲਾਈ ਨੂੰ ਨਹੀਂ ਭੁੱਲਦਾ ਪਿਆ, ਔਰ ਕਿਸੇ ਦੀ ਬੁਰਾਈ ਨੂੰ ਯਾਦ ਨਹੀਂ ਰੱਖਦਾ। ਇਸ ਬਿਊਟੀ ਬਹੁਤ ਇੰਪੋਰਟੈਂਟ ਇਹ ਚੈਪਟਰ ਹੈ ਕਿ ਇੱਕ ਮਸੀਹੀ ਨੂੰ ਕਿਸ ਤਰ੍ਹਾਂ ਆਪਣੇ ਜੀਵਨ ਦੇ ਲਈ ਪ੍ਰਭੂ ਦੇ ਅੱਗੇ ਦੁਆ ਕਰਨੀ ਚਾਹੀਦੀ ਕਿ ਪ੍ਰਭੂ ਮੈਨੂੰ ਏਦਾਂ ਦਾ ਬਣਾ, ਮੈਨੂੰ ਏਦਾਂ ਦਾ ਬਣਾ। ਔਰ ਅਸੀਂ ਇੱਥੇ ਜਿਹੜੀ ਸਭ ਤੋਂ ਪਿਆਰੀ ਚੀਜ਼ ਇਹ ਦੇਖਦੇ ਪਏ ਹਾਂ ਕਿ ਮਹੀਬੋਸ਼ਤ ਨੇ ਜਿਹੜੀ ਚੀਜ਼ ਕਹੀ ਕਿ ਤੂੰ ਤਾਂ ਪ੍ਰਭੂ ਵਰਗਾ ਮੇਰੇ ਲਈ, ਮੈਂ ਦਾਊਦ ਨੂੰ ਇਹ ਵਾਅਦਾ ਆ, ਤੇਰੇ ਘਰ ਦੇ ਵਿੱਚੋਂ ਮੁਕਤੀ ਦਾਤਾ ਪੈਦਾ ਹੋਏਗਾ। ਔਰ ਉਹ ਉਸ ਮੁਕਤੀ ਦਾਤੇ ਨੂੰ ਦਾਊਦ ਦੇ ਵਿੱਚ ਦੇਖਦਾ ਪਿਆ, ਉਸਨੂੰ ਆਪਣੇ ਬਾਪ ਦਾ ਰਾਜ ਦਾ ਨਹੀਂ, ਆਪਣੇ ਦਾਦੇ ਦੇ ਰਾਜ ਦੀਆਂ ਗੱਲਾਂ ਦਾ ਕੁਛ ਨਹੀਂ ਹੈ। ਬਲਕਿ ਉਹ ਦਾਊਦ ਦੇ ਕੀਤੀ ਗਈ ਦਇਆ ਤੋਂ ਪਰਮੇਸ਼ਵਰ ਦੀ ਹਜ਼ੂਰੀ ਮਹਿਸੂਸ ਕਰਦਾ, ਔਰ ਇਸ ਕਰਕੇ ਉਸਨੇ ਕਿਹਾ ਕਿ ਤੇਰੇ ਵਿੱਚੋਂ ਮੈਨੂੰ ਪਰਮੇਸ਼ਵਰ ਦਾ ਫਰਿਸ਼ਤਾ ਦਿਖਾਈ ਦਿੰਦਾ ਹੈ। ਜਦ ਤੂੰ ਚਲਾ ਗਿਆ ਤਾਂ ਮੇਰੇ ਲਈ ਹਨੇਰਾ ਨਹੀਂ ਸੀ, ਮੈਂ ਹਨੇਰਾ ਬਣ ਗਿਆ ਸੀ। ਔਰ ਜਦ ਤੂੰ ਵਾਪਸ ਆਇਆ ਤੂੰ ਚਾਨਣ ਲੈ ਕੇ ਆਇਆ। ਤੂੰ ਚਾਨਣ ਲੈ ਕੇ ਆਇਆ। ਔਰ ਇਹੋ ਚੀਜ਼ ਪ੍ਰਭੂ ਯਿਸੂ ਮਸੀਹ ਸਾਡੇ ਲਈ ਕਰਦਾ। ਸਾਡਾ ਪ੍ਰਭੂ ਜਿਉਂਦਾ ਹੈ, ਦਾਊਦ ਦਾ ਪੁੱਤਰ ਜਿਉਂਦਾ ਹੈ। ਜਦ ਅਸੀਂ ਇਸ ਤਰ੍ਹਾਂ ਭਰੋਸਾ ਰੱਖਦੇ ਕਿ ਇਹ ਚੀਜ਼ਾਂ ਨਹੀਂ ਮੈਨੂੰ ਚਾਹੀਦੀਆਂ, ਮੈਨੂੰ ਤੂੰ ਚਾਹੀਦਾ, I need you. How I need you. बहुत प्यारा सॉन्ग है, I need you, not this stuff. कुछ नहीं प्रभु ने दाऊद का रखा, और सब कुछ प्रभु ने दाऊद ਨੂੰ ਦਿੱਤਾ। और ਜਦੋਂ ਅਸੀਂ ਉਸ ਦੀਆਂ ਬਰਕਤਾਂ ਨੂੰ ਨਹੀਂ ਪਰ ਉਸ ਨੂੰ ਜਾਣਨਾ ਮੰਗਦੇ ਤਾਂ ਫਿਰ ਉਹ ਆਪਣਾ ਪੁੱਤਰ ਹੀ ਦੇ ਦਿੰਦਾ ਹੈ। ਤੇ ਬਾਕੀ ਰਹਿ ਕੀ ਜਾਂਦਾ, ਕਿਉਂਕਿ ਫਿਰ ਅਸੀਂ ਉਸ ਦੇ ਪੁੱਤਰ ਨੂੰ ਜਾਣਦੇ। ਫਿਰ ਉਸ ਦਾ ਪੁੱਤਰ ਇਸ ਤਰ੍ਹਾਂ ਸਾਨੂੰ ਸਾਡੀਆਂ ਜੰਗਾਂ ਤੋਂ ਵਾਪਸ ਲੈ ਕੇ ਆਉਂਦਾ, ਜਿੱਤ ਦੇ ਕੇ ਇਸ ਤਰ੍ਹਾਂ ਸਾਨੂੰ ਚਲਾਉਂਦਾ। ਪ੍ਰਭੂ ਤੁਹਾਡੇ ਸਭ ਦੇ ਨਾਲ ਬਣਿਆ ਰਹੇ। ਕੱਲ ਨੂੰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਇੰਜੈਕਸ਼ਨ ਲੱਗਣੇ ਮੇਰੀ ਬੈਕ ਦੇ ਵਿੱਚ, ਸੋ ਇਟਸ ਗੋਨਾ ਬੀ ਪ੍ਰੀਟੀ ਪੇਨਫੁਲ। ਕੱਲ ਨੂੰ ਤੇ ਪਰਸੋਂ ਨੂੰ 2 ਦਿਨ ਮੇਰੇ ਲਈ ਔਖੇ ਹੋਣੇ। ਵੀਰਵਾਰ ਨੂੰ ਅਸੀਂ ਦੁਬਾਰਾ ਮਿਲਾਂਗੇ, ਔਰ ਵੀਰਵਾਰ ਨੂੰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਇਹਨਾਂ ਹਿੱਸਿਆਂ ਨੂੰ ਦੁਬਾਰਾ ਇੱਥੋਂ ਹੀ ਚੁੱਕਾਂਗੇ। ਆਪਾਂ ਪਹੁੰਚ ਚੁੱਕੇ ਹਾਂ 30 ਆਇਤ ਤੱਕ, ਔਰ ਫਿਰ ਅਸੀਂ 2 ਜ਼ਬੂਰ ਇੱਥੇ ਦੇਖਾਂਗੇ, ਜ਼ਬੂਰ 131, ਜ਼ਬੂਰ 138,
ਪਰ ਫਿਰ ਇੱਥੋਂ ਅਸੀਂ ਅੱਗੇ ਵਧਾਂਗੇ। let us pray। ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੀ ਦਇਆ ਦੇ ਲਈ। ਸੱਚਮੁੱਚ ਪ੍ਰਭੂ ਜੀ, ਤੂੰ ਜਦ ਅੰਦਰ ਵਾਸ ਕਰਦਾ ਤੇ ਤੇਰੀ ਦਇਆ ਵਾਸ ਕਰਦੀ ਹੈ। ਫਿਰ ਪ੍ਰਭੂ ਜੀ ਅਸੀਂ ਚੀਜ਼ਾਂ ਦੇ ਖੋਜੀ ਨਹੀਂ, ਪਰ ਅਸੀਂ ਤੇਰੇ ਖੋਜੀ ਬਣ ਜਾਂਦੇ। ਸਾਡੀਆਂ ਅੱਖਾਂ ਇਹਨਾਂ ਦੁਨੀਆ ਔਰ ਦੁਨਿਆਵੀ ਤੇ ਨਹੀਂ ਲੱਗਦੀਆਂ, ਪਰ ਤੇਰੇ ਤੇ ਲੱਗਦੀਆਂ। ਉਹਨਾਂ ਚੀਜ਼ਾਂ ਵੱਲ ਸਾਡਾ ਧਿਆਨ ਨਹੀਂ ਜੋ ਅਸੀਂ ਛੱਡ ਕੇ ਜਾ ਰਹੇ ਹਾਂ, ਪਰ ਜਿਸ ਦੇ ਕੋਲ ਜਾ ਰਹੇ। ਸਾਡੀਆਂ ਜਿੱਤਾਂ ਦੇ ਵਿੱਚ ਸਾਨੂੰ ਮੈਂ ਦਿਖਾਈ ਨਹੀਂ ਦਿੰਦੀ, ਪਰ ਅਸੀਂ ਕਹਿੰਦੇ ਕਿ ਦਰਵਾਜ਼ਿਆਂ ਨੂੰ ਉੱਚੇ ਕਰੋ, ਜਿੱਤ ਪ੍ਰਭੂ ਦੀ। ਜਿੱਤ ਪ੍ਰਭੂ ਦੀ। ਪਿਆਰੇ ਬਾਪ, ਆਪਣੀ ਹਜ਼ੂਰੀ ਦੇ ਨਾਲ ਤੂੰ ਸਾਨੂੰ, ਆਪਣੀ ਭਰਪੂਰੀ ਦੇ ਨਾਲ ਤੂੰ ਸਾਨੂੰ ਸੰਭਾਲ ਕੇ ਰੱਖੀ, ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੀ, ਔਰ ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੈਂ ਆਪਣੇ ਭੈਣ ਭਰਾਵਾਂ ਨੂੰ ਤੇਰੇ ਹੱਥਾਂ ਦੇ ਵਿੱਚ ਦਿੰਦਾ। ਵੀਰਵਾਰ ਨੂੰ ਪ੍ਰਭੂ ਜੀ ਅਸੀਂ ਦੁਬਾਰਾ ਮਿਲਾਂਗੇ। ਉਸ ਵਕਤ ਤੱਕ ਤੂੰ ਸਾਨੂੰ ਸਭ ਨੂੰ ਸਾਂਭ ਕੇ ਰੱਖੇ, ਔਰ ਕੱਲ ਦੀ ਮੈਂ ਆਪਣੀ ਅਪਾਇੰਟਮੈਂਟ ਵੀ ਪ੍ਰਭੂ ਜੀ ਤੇਰੇ ਹੱਥਾਂ ਦੇ ਵਿੱਚ ਦਿੰਦਾ। ਤੰਦਰੁਸਤੀ ਦਾ ਦਾਨ ਤੇਰੇ ਕੋਲੋਂ ਮਿਲਦਾ, ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਚ ਸਾਰੇ ਭੈਣ ਭਰਾ ਕਹਿਣ ਆਮੀਨ। ਬਲੈਸ ਯੂ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ ਔਰ ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ।